ਪੰਜਾਬ ਦੇ ਨੌਜਵਾਨਾਂ ਲਈ ਇਹ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਸਿੱਖਿਆ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾ ਰਹੇ ਰਿਆਤ ਐਂਡ ਬਾਰਾ ਗਰੁੱਪ ਦੀ ਯੂਨੀਵਰਸਿਟੀ ਨੇ ਆਪਣੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਅਤੇ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਦੇਸ਼ ਦੀ ਨਾਮੀ ਕੰਪਨੀ L&T ਐਜੂਟੈਕ ਨਾਲ MOU ਸਾਈਨ ਕੀਤਾ ਹੈ। ਪ੍ਰਬੰਧਕਾਂ ਨੇ ਦਾਅਵਾ ਕੀਤਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੌਰਾਨ ਹੀ ਰੁਜ਼ਗਾਰ ਲਈ ਤਿਆਰ ਕੀਤਾ ਜਾਵੇਗਾ। ਦੋਵਾਂ ਅਦਾਰਿਆਂ ਦੇ ਇਸ ਫੈਸਲੇ ਨਾਲ ਨੌਜਵਾਨਾਂ ਨੂੰ ਆਪਣੇ ਚੰਗੇ ਭਵਿੱਖ ਦੀ ਆਸ ਬੱਝੀ ਹੈ। People from print and electronic media and myself Dr. Parvinder Singh, Vice Chancellor Riyad Bara University, मैं आप सब का इस समागम के लिए आने दे दिलों स्वागत करदा। धन्यवाद सारिਆਂ ਦਾ। सर ਇਹਦਾ ਜਿਹੜਾ ਮੋਟਾ ਜਿਹੜਾ ਪਰਪਸ ਆ, ਮੇਰਾ 22 ਸਾਲ ਦਾ ਤਜਰਬਾ ਆ। ਮੈਂ ਐਜੂਕੇਸ਼ਨ ਸੈਕਟਰ ਦੇ ਵਿੱਚ ਆਇਆ। ਜਿਸ ਵੇਲੇ ਅਸੀਂ 2001 ਦੇ ਵਿੱਚ ਇੰਜੀਨੀਅਰਿੰਗ ਕੋਰਸ ਸ਼ੁਰੂ ਕੀਤਾ ਸੀ, ਉਸ ਵੇਲੇ ਲੋਕਾਂ ਦੀ ਫਸਟ ਚੁਆਇਸ ਹੁੰਦੀ ਸੀ ਕਿ ਸਾਨੂੰ ਮਕੈਨੀਕਲ 'ਚ ਸੀਟ ਮਿਲ ਜਾਵੇ, ਸਿਵਲ 'ਚ ਸੀਟ ਮਿਲ ਜਾਵੇ, ਤਾਂ ਇਲੈਕਟ੍ਰੋਨਿਕਸ ਜਾਂ ਇਲੈਕਟ੍ਰੀਕਲ 'ਚ ਮਿਲ ਜਾਵੇ। ਅਤੇ ਹੌਲੀ ਹੌਲੀ ਟਰੈਂਡ ਇੱਦਾਂ ਦਾ ਆ ਗਿਆ ਕਿ ਅੱਜ ਜਿਹੜੀਆਂ ਤਿੰਨੇ ਬ੍ਰਾਂਚਾਂ ਕਿਸੇ ਵੀ ਕਾਲਜ, ਕਿਸੇ ਵੀ ਯੂਨੀਵਰਸਿਟੀ ਦੇ ਵਿੱਚ ਬੱਚਾ ਸੀਟਾਂ ਲੈ ਕੇ ਖੁਸ਼ ਨਹੀਂ ਹੈਗਾ। ਸੋ ਉਹਦੇ ਵਾਸਤੇ ਅਸੀਂ ਵੀ ਕਾਫੀ ਚਿਰ ਤੋਂ ਐਫਰਟਸ ਕਰਨ ਲੱਗੇ। ਉਸ ਇੰਡਸਟਰੀ ਨੂੰ ਕਹਿ ਰਹੇ ਸੀਗੇ ਇੰਡਸਟਰੀ ਜਦੋਂ ਤੱਕ ਅੱਗੇ ਨਹੀਂ ਆਊਗੀ, ਇੰਸਟੀਟਿਊਸ਼ਨ ਜਿੰਨਾ ਮਰਜ਼ੀ ਕੰਮ ਕਰ ਲੈਣ, ਬੱਚੇ ਦਾ ਇੰਟਰਸਟ ਨਹੀਂ ਬਣਨਾ। ਸੋ L&T ਨਾਲ ਸਾਡੀ ਬੜੇ ਲੰਬੇ ਟਾਈਮ ਤੋਂ ਗੱਲਬਾਤ ਚੱਲਦੀ ਸੀ ਕਿ ਅਗਰ ਤੁਸੀਂ ਤਿੰਨ ਬ੍ਰਾਂਚਾਂ ਨੂੰ ਚਾਹੁੰਦੇ ਆ ਇੰਡੀਆ ਦੇ ਵਿੱਚ ਰਹਿ ਜਾਣ, ਤਾਂ ਤੁਹਾਨੂੰ ਅੱਗੇ ਆਉਣਾ ਪੈਣਾ, ਤੁਹਾਨੂੰ 2 ਸਟੈਪ ਅੱਗੇ ਆਉਣਾ ਪੈਣਾ। ਸੋ ਇਹਨਾਂ ਨੇ ਵੀ ਸਾਡੀ ਪ੍ਰਪੋਜ਼ਲ ਨੂੰ ਐਕਸੈਪਟ ਕੀਤਾ, ਜਿਹਦੇ ਵਿੱਚ ਇਸ ਮਾਡਲ ਦੇ ਵਿੱਚ ਖਾਸੀਅਤ ਕਿਆ ਹੈ, ਜਿਹੜਾ ਵੀ ਬੱਚਾ ਇੰਜੀਨੀਅਰਿੰਗ ਕਰਦਾ ਉਹ 4 ਸਾਲ ਦੀ ਇੰਜੀਨੀਅਰਿੰਗ ਹੁੰਦੀ ਆ, ਉਹਦੇ ਵਿੱਚ 8 ਸਮੈਸਟਰ ਹੁੰਦੇ ਆ। ਹੁਣ ਪਹਿਲਾਂ ਕਿਆ ਹੁੰਦਾ ਸੀ, ਅਸੀਂ ਜਿਸ ਵੇਲੇ ਪਲੇਸਮੈਂਟ ਹੁੰਦੀ ਸੀ 7ਵੇਂ ਸਮੈਸਟਰ ਦੇ ਵਿੱਚ ਬੱਚੇ ਨੂੰ ਟ੍ਰੇਨਿੰਗ ਕਰਾ ਦੇਣੀ ਇੰਡਸਟਰੀ ਦੇ ਹਿਸਾਬ ਨਾਲ, 20-25 ਦਿਨ ਦਾ ਇੱਕ ਕੋਰਸ ਕਰਾ ਦੇਣਾ। ਤਾਂ ਉਹਦੇ ਹਿਸਾਬ ਦੇ ਨਾਲ ਇੰਡਸਟਰੀ ਦੀ ਸੈਟਿਸਫੈਕਸ਼ਨ ਹੀ ਨਹੀਂ ਹੁੰਦੀ ਸੀ ਕਿ ਤੁਹਾਡਾ ਬੱਚਾ ਸਾਡੇ ਹਿਸਾਬ ਨਾਲ ਤਿਆਰ ਆ। ਫਿਰ ਇਹਨਾਂ ਨਾਲ ਜਿਹੜਾ ਸਾਡਾ ਮਾਡਲ ਸਾਈਨ ਹੋਇਆ, ਇਹ ਫਸਟ ਸਮੈਸਟਰ ਤੋਂ ਹੀ ਬੱਚੇ ਨੂੰ ਟ੍ਰੇਨਡ ਕਰਨਾ ਸ਼ੁਰੂ ਕਰ। ਪਹਿਲੇ ਸਮੈਸਟਰ ਦੇ ਵਿੱਚ ਇਹਨਾਂ ਦਾ ਕੀ ਰੋਲ ਹੋਊਗਾ, ਸੈਕੰਡ ਸਮੈਸਟਰ 'ਚ ਇਹਨਾਂ ਦਾ ਰੋਲ ਕੀ ਹੋਊਗਾ, ਅਪ ਟੂ 8th ਸਮੈਸਟਰ ਤੱਕ L&T ਵੀ ਆਪਣਾ ਪ੍ਰੋਪਰ ਜਿਹੜਾ ਕਰਿਕੂਲਮ ਐਡ ਕਰੂੰਗੀ ਅਤੇ ਸਾਡੀ ਯੂਨੀਵਰਸਿਟੀ ਵੀ ਆਪਣਾ ਕੰਮ ਕਰੂੰਗੀ। ਨਾਲ ਇਹਨਾਂ ਦੇ ਪ੍ਰੋਫੈਸਰ ਵੀ ਬੱਚਿਆਂ ਨੂੰ ਪੜ੍ਹਾਉਂਗੇ ਅਤੇ ਸਾਡੇ ਟੀਚਰ ਵੀ ਪੜ੍ਹਾਉਂਗੇ। ਲਾਸਟ ਦੇ ਵਿੱਚ ਜਾ ਕੇ ਬੱਚੇ ਨੂੰ ਉਸ ਤਰੀਕੇ ਨਾਲ ਤਿਆਰ ਕਰਨਾ ਕਿ L&T ਲਈ ਨਹੀਂ, ਵਰਲਡ ਦੇ ਵਿੱਚ ਕਿਸੇ ਜਗ੍ਹਾ ਵੀ ਬੱਚਾ ਇੰਟਰਵਿਊ ਦੇਵੇ ਅਤੇ ਉਹ ਤਿਆਰ ਹੋ ਜਾਵੇ। ਇਹਦੇ ਪਿੱਛੇ ਓਵਰਆਲ ਪਰਪਸ ਇਹ ਆ। ਸਰ ਇਹ ਪੀਰੀਅਡ ਐਕਸਟਰਾ ਐਡ ਕਰੋਗੇ ਤੁਸੀਂ ਜਾਂ ਆਲਟਰਨੇਟ ਡੇਜ਼ ਕਰੋਗੇ, ਕਿਸ ਤਰ੍ਹਾਂ ਕਰੋਗੇ? ਨਹੀਂ ਜੀ, ਕੋਈ ਐਕਸਟਰਾ ਨਹੀਂ ਬੱਚੇ ਨੇ ਪੜ੍ਹਨਾ, ਜੋ ਉਹਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੜ੍ਹਨਾ। ਇਹਨਾਂ ਦਾ ਕਰਿਕੂਲਮ ਤੇ ਸਾਡਾ ਕਰਿਕੂਲਮ ਕਾਮਨ ਨਾਲ ਚੱਲੂਗਾ। ਜਿੱਦਾਂ ਵਾਈਸ ਚਾਂਸਲਰ ਸਾਹਿਬ ਨੇ ਕਿਹਾ ਕਿ ਗੌਰਮੈਂਟ ਦਾ ਵੀ ਇਹੀ ਮਕਸਦ ਆ ਇੰਡਸਟਰੀ ਤੇ ਇੰਸਟੀਟਿਊਸ਼ਨ ਰਲ ਕੇ ਕੰਮ ਕਰਨ। ਪਹਿਲਾਂ ਕਿਆ ਹੁੰਦਾ ਸੀ, ਇੰਡਸਟਰੀ ਵੀ ਨੇੜੇ ਨਹੀਂ ਲੱਗਣ ਦਿੰਦੀ ਸੀ। ਜੇ ਅਸੀਂ ਬੱਚਿਆਂ ਨੂੰ ਟ੍ਰੇਨਿੰਗ ਲਈ ਭੇਜਣਾ, ਉਹਨੇ ਕਹਿਣਾ ਅਸੀਂ ਨਹੀਂ ਤੁਹਾਡੇ ਬੱਚੇ ਰੱਖਣੇ, ਅਤੇ ਇੰਸਟੀਟਿਊਸ਼ਨ ਵੀ ਇੰਡਸਟਰੀ ਤੱਕ ਅਪਰੋਚ ਨਹੀਂ ਕਰਦਾ ਸੀ। ਸੋ ਹੁਣ ਦੋਨਾਂ ਪਾਸੇ ਨੂੰ ਸਮਝ ਪੈ ਗਈ ਕਿ ਜਦੋਂ ਤੱਕ ਅਸੀਂ ਦੋਨੇ ਇਕੱਠੇ ਨਹੀਂ ਹੋਵਾਂਗੇ ਤਾਂ ਸਾਡਾ ਗੁਜ਼ਾਰਾ ਨਹੀਂ ਹੋ ਸਕਦਾ। ਇੰਡਸਟਰੀ ਜੇ ਸਾਨੂੰ ਨਹੀਂ ਐਕਸੈਪਟ ਕਰਦੀ, ਉਹਨਾਂ ਨੂੰ ਆਪਣੇ ਟ੍ਰੇਨਿੰਗ ਇੰਸਟੀਚਿਊਟ ਖੋਲ੍ਹਣੇ ਪੈ ਗਏ। ਜਿਹੜਾ ਸਾਡਾ ਬੱਚਾ ਜਾਂਦਾ ਉਹਨੂੰ ਨੂੰ ਆਪਣੇ ਤਰੀਕੇ ਨਾਲ ਟ੍ਰੇਨਡ ਕਰਨੇ ਲਈ ਉਹਨਾਂ ਨੂੰ ਆਪਣੇ ਇੰਸਟੀਟਿਊਸ਼ਨ ਖੋਲ੍ਹਣੇ ਪੈ ਗਏ। ਸੋ ਉਹਨਾਂ ਨੇ ਦੇਖਿਆ ਕਿਉਂ ਨਾ ਅਸੀਂ ਇੰਡਸਟਰੀ ਅਤੇ ਇੰਸਟੀਟਿਊਸ਼ਨ ਰਲ ਕੇ ਕੰਮ ਕਰ ਲਈਏ। ਇਹ ਉਹੀ ਮਾਡਲ ਆ ਜੀ ਜਿਹੜਾ ਸ਼ੁਰੂਆਤ ਕਰਨ ਲੱਗੇ ਹਾਂ। ਇੰਡਸਟਰੀ ਅਤੇ ਇੰਸਟੀਟਿਊਸ਼ਨ ਰਲ ਕੇ ਇੱਕ ਕਰਿਕੂਲਮ ਬਣਾਉਂਗੇ ਔਰ ਉਹ 4 ਸਾਲ ਬੱਚਾ ਪੜ੍ਹੂਗਾ। ਇਹਦੇ ਵਿੱਚ ਹੋਰ ਖਾਸੀਅਤ ਕੀ ਆ ਕਿ ਜਿਹੜਾ ਕੁਆਲਿਟੀ, ਜਿਹੜਾ ਸ਼ਬਦ ਆ, ਇੱਕ ਕੁਐਸਚਨ ਆਇਆ ਸੀ ਇਹਨਾਂ ਵੱਲੋਂ ਕਿ ਕਈ ਵਾਰੀ ਕੁਆਲਿਟੀ ਜਿਹੜੀ ਇੰਸਟੀਟਿਊਸ਼ਨ ਵੱਲੋਂ ਨਹੀਂ ਦਿੱਤੀ ਜਾਂਦੀ। ਮੈਂ L&T ਵਾਲਿਆਂ ਨਾਲ ਗੱਲ ਕੀਤੀ ਜਿਸ ਵੇਲੇ ਮੇਰੇ ਨਾਲ ਐਗਰੀਮੈਂਟ ਕਰਨ ਲੱਗੇ। ਮੈਂ ਕਿਹਾ ਜੀ ਤੁਹਾਡੇ ਵੱਲੋਂ ਇੰਸਟੀਟਿਊਸ਼ਨ 'ਚ ਕਿਆ ਇਨਵੈਸਟਮੈਂਟ ਕੀਤੀ ਜਾਊਗੀ ਤਾਂ ਕਿ ਤੁਹਾਡੀ ਸੀਰੀਅਸਨੈਸ ਦੇਖੀ ਜਾਵੇ ਕਿ ਤੁਸੀਂ ਵੀ ਕੁਛ ਨਾ ਕੁਛ ਸਾਡੇ ਕੈਂਪਸ ਦੇ ਵਿੱਚ ਲੈਬਾਂ ਬਣਾਓ। ਇਹਨਾਂ ਨੇ ਮੈਨੂੰ ਕਿਹਾ, ਮਿਸਟਰ ਵਿਸ਼ਾਲ ਨੇ, ਕਹਿੰਦੇ ਜੀ L&T ਲਈ ਲੈਬ ਬਣਾਉਣਾ ਕੋਈ ਮੁਸ਼ਕਿਲ ਕੰਮ ਨਹੀਂ ਹੈਗਾ, ਸਾਡੇ ਕੋਲ ਫੰਡ ਹੀ ਇੰਨੇ ਹੁੰਦੇ, CSR ਫੰਡ ਐਡਾ ਵੱਡਾ ਹੁੰਦਾ, ਅਸੀਂ ਜਿੰਨੀਆਂ ਤੁਹਾਨੂੰ ਲੈਬਾਂ ਚਾਹੀਦੀਆਂ, ਕਰੋੜ 2 ਕਰੋੜ ਦੀਆਂ, ਅਸੀਂ 1 ਮਿੰਟ 'ਚ ਬਣਾ ਸਕਦੇ ਹਾਂ। ਪਰ ਅੱਜ ਜਿਹੜੀਆਂ ਮੈਂ ਲੈਬਾਂ ਬਣਾਊਂਗਾ
हो सकता 6 महीने बाद टेक्नोलॉजी बदल जाए, फिर की करूँगा उन्होंने मैं। L&T का मॉडल यह आ कि जिथे भी उन्होंने लाइव ਜਿਹੜੇ प्रोजैक्ट चलते आ, पंजाब च कित्थे चलते आ, हरियाणा च कित्थे चलते आ, नैशनल लैवल ते कित्थे चलते आ, इंटरनैशनल लैवल ते कित्थे चलते आ, स्टैप बाय स्टैप बच्चे की ट्रेनिंग ही उत्थे होगी। फिर सैकेंड इन्हां दे रिसर्च सेंटर जिथे खुले हुआ, जिथे सारी टैक्नोलॉजी नैक्सट किद्दां करनी, खास करके खरड़ के ब्रिज बारे मैंने दस रहे थे, जिहड़ा खरड़ का ब्रिज बनया सिंगल पिलर से, इत्थे बड़ी इन्होंने रिसर्च की। 6 लेन बनाना सौखा काम नहीं सीगा, चलते सिस्टम दे विच। सो उत्थे साडे बच्चे जाऊंगे, उन्हां दे नाल 4 महीने का प्रोग्राम होगा, 2 महीने का प्रोग्राम होगा, नाल बैठ के सारी स्टडी करूँगे ताकि बच्चों का एक्सपोजर बढ़ूंगा। सो ये खासियत इस मॉडल की यह है कि बच्चे ने जिथे काम चल रहा उत्थे ही जाके प्रैक्टिस करनी है। ये इनिशिएटिव देखा कि बच्चों को कैसे आगे लेके जाना। आज इंडस्ट्री में देखें, हर एक प्लेटफॉर्म पे हम बोलते हैं कि बच्चे इंस्टीट्यूट से आते हैं, वो इंडस्ट्री के लिए रेडी नहीं है। उसका कारण क्या है? नॉलेज तो वो लेके आते हैं लेकिन अनुभव मिसिंग होता है। L&T ने ये इनिशिएटिव किस लिए लिया है कि ये ब्रिज जो एकेडमी और इंडस्ट्री की है कम कैसे की जाए और हर बच्चे को काबिल कैसे बनाया जाए। हम इस ध्यान में करना क्या चाहते हैं? ज्ञान तो वह इंस्टीट्यूट में ले लेते हैं, लेकिन वो ज्ञान को अनुभव में कन्वर्ट करने के लिए उस ज्ञान को एप्लीकेशन में और उसको बिजनेस एंगल के जो कोर्सेज है उनको रियल प्रॉब्लम से कैसे फेस कराना, L&T ने उसमें इनिशिएटिव लिया। इस मौके का आगे बढ़ाते हुए मैं L&T के DMN हेड मिस्टर संजीव शर्मा से रिक्वेस्ट करूंगा कि वो ब्रीफ करें कि ये हमने इनिशिएटिव और आगे कैसे बढ़ाना। सबसे पहले तो मैं चेयरमैन सर का धन्यवाद अदा करता हूँ कि आज उन्होंने इस मौके पे हमको इनवाइट किया है। रायतबारा यूनिवर्सिटी पंजाब और हरियाणा की एक लीडिंग यूनिवर्सिटी है। इंडिया में उनकी आज 35th रैंक है और उनका जो स्किल डेवलपमेंट सेंटर है वो नॉर्थ इंडिया का एक सबसे बड़ा सेंटर है। तो ये दिखाता है कि जो चांसलर सर हैं और जो मैनेजमेंट है रायतबारा का, वो काफी फ्यूचरिस्टिक है, काफी इनोवेटिव स्टेप्स लेते हैं और उसी डायरेक्शन में एक नया MOU हम साइन कर रहे हैं रायतबारा यूनिवर्सिटी के साथ, जिसके अंदर हम जो इंजीनियर्स इनके इंस्टीट्यूट, इनकी यूनिवर्सिटीज में पढ़ते हैं, उनको हम इंडस्ट्री रेडी करेंगे। इंडस्ट्री रेडी इन द सेंस कि बच्चे जब पढ़ के निकले तो उनका जॉब लगना आसान हो। आज की तारीख में मैं आपको बताना चाहता हूं कि L&T इस फील्ड में क्यों गया। L&T को कोई इंट्रोडक्शन की जरूरत नहीं है। L&T 1,50,000 करोड़ से ज्यादा का बिजनेस करती है और 80 साल से इस बिजनेस में है। हम साल में करीब 25,000 इंजीनियर्स को रिक्रूट करते हैं, उसमें से करीब 2,500 इंजीनियर्स हम कोर इंजीनियरिंग जो मैकेनिकल, सिविल, इलेक्ट्रिकल है उसके लेते हैं। उसके लिए हम करीब 20,000 बच्चों का इंटरव्यू लेते हैं। तो हमने देखा है कि पिछले सालों से जो बच्चों का जो स्टैंडर्ड्स है वो थोड़ा नीचे आ रहा है और जो एक नेशनल एम्प्लॉयबिलिटी सर्वे होता है उसका रिपोर्ट भी ऐसा दिखाता है कि पिछले 10 सालों में जो एम्प्लॉयबिलिटी रेशियो है वो कांस्टेंट है, वो बढ़ा नहीं है। तो जब ये हमको पता चला तो हमको लगा कि L&T जो कि एक नेशनल बिल्डिंग में बिलीव करती है, हमारी कंपनी के लिए नेशनल बिल्डिंग सबसे पहले आता है, तो हमने ये स्टेप लिया। उसके अंदर हमने क्या किया कि जो हमारा 80 साल का अनुभव है, L&T आज की तारीख में इंडिया के जो सबसे बड़े, सबसे भारी, सबसे कॉम्प्लेक्स, सबसे हॉलीएस्ट सब प्रोजेक्ट L&T करती है। सरदार वल्लभ भाई जी की स्टैच्यू ऑफ यूनिटी है, मोटेरा स्टेडियम है, इवन अभी जो राम मंदिर बन रहा है वो भी L&T बना रही है। अगर आप विदेश में जाएंगे तो विदेश के भी जो अच्छे प्रोजेक्ट्स हैं, जैसे कतार में अभी एक फर्स्ट एयर कंडीशन फुटबॉल स्टेडियम बन रहा है, वो भी L&T बना रही है। तो ये जो हमारा पूरा एक्सपीरियंस था इसको हमने पूरा कंसाइज करके, प्लस इसके साथ हमने जो IITs के जो सीनियर प्रोफेसर्स हैं उनके साथ मिलकर हमने ये कोर्स डिजाइन किया है।
इस कोर्स के अंतर्गत बच्चों को हम, जैसे वीसी सर ने बताया, जब ये बच्चा हमारा कोर्स लेगा उसके साथ हम बच्चों को हमारी जो साइट्स है वहां पे उनको प्रैक्टिकल एक्सपोजर देंगे, प्लस कुछ जो सिलेक्टेड बच्चे हैं उनको हम हमारी कंपनी में इंटर्नशिप भी देंगे। उसका जो एम्प्लॉयबिलिटी रेशियो है, उसके जो चांसेस है एम्प्लॉयबल होने के, वो काफी बढ़ जाएंगे। और एलएनटी का भी जो एम्प्लॉय जो हम रिक्रूटमेंट करते हैं उसमें बच्चे को चांस मिलेगा और उसको एक तरीके से प्रेफरेंस मिलेगा उसको। तो ये एक काफी सोचा समझा और काफी एक अच्छा स्टेप है। और मैं फिर से चांसलर साहब और चेयरमैन साहब का शुक्रिया अदा करता हूं कि उन्होंने बहुत अच्छा स्टेप लिया है। इस स्टेप से न केवल बच्चों को फायदा होगा, बच्चों का अपना एक कैरियर बहुत अच्छे उससे स्टार्ट होगा, एज वेल एज मैं सर को ये वादा करता हूं सर कि इस स्टेप की वजह से आपकी यूनिवर्सिटी का रैंकिंग भी आगे आएगा सर। एंड जो मेरा एक विजन है, मैं चाहता हूं कि रायत बारा यूनिवर्सिटी पंजाब की नंबर 1 यूनिवर्सिटी बने और इंडिया की टॉप 10 यूनिवर्सिटी में आए। और मेरे को पूरा विश्वास है कि चांसलर साहब की लीडरशिप में ये अचीव होगा और एलएनटी एज ए पार्टनर इसमें एक बहुत अच्छा रोल प्ले करेगा। थैंक यू।